ਜਿਨ੍ਹਾਂ ਲੋਕਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਉਹਨਾਂ ਵਿੱਚੋਂ ਬਹੁਤੇ ਜਾਣਿਆਂ ਲਈ ਗੁਰਦੇ ਦਾ ਟ੍ਰਾਂਸਪਲਾਂਟ ਇੱਕ ਤਰਜੀਹੀ ਚੋਣ ਹੈ। ਇਸ ਪੇਸ਼ਕਸ਼ ਦੌਰਾਨ ਅਸੀਂ ਟ੍ਰੀਟਮੈਂਟ ਦੀ ਚੋਣ ਵਜੋਂ ਟ੍ਰਾਂਸਪਲਾਂਟ ਬਾਰੇ ਵਿਚਾਰ ਕਰਾਂਗੇ। ਅਸੀਂ ਟ੍ਰਾਂਸਪਲਾਂਟ ਦੀਆਂ ਕਿਸਮਾਂ ਬਾਰੇ ਅਤੇ ਉਹਨਾਂ ਦੇ ਫਾਇਦਿਆਂ ਬਾਰੇ ਗੱਲ ਕਰਾਂਗੇ ਅਤੇ ਦੱਸਾਂਗੇ ਕਿ ਅਸੀਂ ਕਿਵੇਂ ਪੱਕਾ ਕਰਦੇ ਹਾਂ ਕਿ ਇਹ ਤੁਹਾਡੇ ਵਾਸਤੇ ਇੱਕ ਸਹੀ ਚੋਣ ਹੈ। ਅਸੀਂ ਜਿਉਂਦਾ ਦਾਨੀ ਲੱਭਣ ਸੰਬੰਧੀ ਕਾਰਜ-ਨੀਤੀਆਂ ਬਾਰੇ ਗੱਲ ਕਰਾਂਗੇ ਅਤੇ ਨਾਲ ਹੀ ਇਹ ਵਿਚਾਰ ਵਟਾਂਦਰਾ ਵੀ ਕਰਾਂਗੇ ਕਿ ਟ੍ਰਾਂਸਪਲਾਂਟ ਤੋਂ ਬਾਅਦ ਤੁਸੀਂ ਅਤੇ ਕੋਈ ਸੰਭਾਵੀ ਦਾਨੀ ਕੀ ਉਮੀਦ ਰੱਖ ਸਕਦਾ ਹੈ। ਟ੍ਰਾਂਸਪਲਾਂਟ ਦੀ ਸਰਜਰੀ ਦੌਰਾਨ ਕਿਸੇ ਹੋਰ ਵਿਅਕਤੀ ਦਾ ਸਿਹਤਮੰਦ ਗੁਰਦਾ ਕੱਢ ਕੇ ਤੁਹਾਡੇ ਸਰੀਰ ਅੰਦਰ ਲਗਾ ਦਿੱਤਾ ਜਾਂਦਾ ਹੈ। ਗੁਰਦਿਆਂ ਦੇ ਰੋਗ ਲਈ ਇਹ ਪੱਕਾ ਇਲਾਜ ਤਾਂ ਨਹੀਂ ਹੈ, ਸਗੋਂ ਇਹ ਇੱਕ ਅਸਰਦਾਰ ਟ੍ਰੀਟਮੈਂਟ ਹੈ। ਇਹ ਤਸਵੀਰ ਦਿਖਾਉਂਦੀ ਹੈ ਕਿ ਨਵਾਂ ਗੁਰਦਾ ਤੁਹਾਡੇ ਸਰੀਰ ਅੰਦਰ ਕਿੱਥੇ ਲਗਾਇਆ ਜਾਂਦਾ ਹੈ। ਆਪਣੇ ਗੁਰਦੇ ਨੂੰ ਸਿਹਤਮੰਦ ਰੱਖਣ ਵਾਸਤੇ ਤੁਹਾਨੂੰ ਆਪਣੀ ਬਾਕੀ ਦੀ ਸਾਰੀ ਉਮਰ ਦਵਾਈਆਂ ਲੈਣੀਆਂ ਪੈਣਗੀਆਂ। ਤੁਹਾਨੂੰ ਆਪਣੀ ਸਿਹਤ ਸੰਭਾਲ ਟੀਮ ਨਾਲ ਵੀ ਬਕਾਇਦਾ ਮਿਲਦੇ ਰਹਿਣਾ ਪਵੇਗਾ। ਗੁਰਦਾ ਟ੍ਰਾਂਸਪਲਾਂਟ ਕਰਵਾਉਣ ਬਾਰੇ ਵਿਚਾਰ ਕਰਨ ਦਾ ਇੱਕ ਮਹੱਤਵਪੂਰਨ ਕਾਰਨ ਹੈ ਡਾਇਲਿਸਿਸ ਕਰਵਾਉਣ ਦੀ ਲੋੜ ਤੋਂ ਬਚਣਾ। ਡਾਇਲਿਸਿਸ ਕਰਵਾਉਣ ਵਾਲੇ ਲੋਕਾਂ ਨਾਲੋਂ ਟ੍ਰਾਂਸਪਲਾਂਟ ਕਰਵਾਉਣ ਵਾਲੇ ਲੋਕ ਜ਼ਿਆਦਾ ਆਮ ਜ਼ਿੰਦਗੀ ਬਤੀਤ ਕਰ ਸਕਦੇ ਹਨ। ਉਹ ਜ਼ਿਆਦਾ ਦੇਰ ਤੱਕ ਜਿਉਂਦੇ ਹਨ, ਉਹਨਾਂ ਦੀ ਸਿਹਤ ਬਿਹਤਰ ਰਹਿੰਦੀ ਹੈ ਅਤੇ ਉਹ ਵਧੇਰੇ ਆਜ਼ਾਦੀ ਮਾਣਦੇ ਹਨ। ਟ੍ਰਾਂਸਪਲਾਂਟ ਕੀਤੇ ਬਹੁਤੇ ਗੁਰਦੇ 10 ਸਾਲ ਤੋਂ ਵੱਧ ਸਮੇਂ ਤੱਕ ਚੱਲਦੇ ਹਨ। ਗੁਰਦਾ ਦਾਨ ਕਰਨ ਵਾਲਿਆਂ ਦੀਆਂ ਦੋ ਕਿਸਮਾਂ ਹਨ, ਜਿਉਂਦੇ ਦਾਨੀ ਅਤੇ ਮ੍ਰਿਤਕ ਦਾਨੀ। ਜਿਉਂਦੇ ਦਾਨੀ ਦਾ ਮਤਲਬ ਸੁਣ ਕੇ ਹੀ ਪਤਾ ਲੱਗ ਜਾਂਦਾ ਹੈ। ਗੁਰਦਾ ਦਾਨ ਕਰਨ ਵਾਲਾ ਵਿਅਕਤੀ ਜ਼ਿੰਦਾ ਹੁੰਦਾ ਹੈ ਅਤੇ ਉਹ ਆਪਣਾ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕਰਦਾ ਹੈ। ਲੋਕ ਇੱਕ ਗੁਰਦੇ ਨਾਲ ਵੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਦੇ ਹਨ। ਆਪਣਾ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਦੇ ਅਨੇਕਾਂ ਟੈਸਟ ਕੀਤੇ ਜਾਣਗੇ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਉਹਨਾਂ ਦੀ ਸਿਹਤ ਠੀਕ ਹੈ ਅਤੇ ਗੁਰਦਾ ਦਾਨ ਕਰਨਾ ਉਹਨਾਂ ਲਈ ਸੁਰੱਖਿਅਤ ਹੈ। ਮ੍ਰਿਤਕ ਦਾਨੀ ਵਾਲੇ ਮਾਮਲੇ ਵਿੱਚ ਅਜਿਹੇ ਵਿਅਕਤੀ ਦਾ ਗੁਰਦਾ ਲਿਆ ਜਾਂਦਾ ਹੈ ਜਿਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਜਿਸਨੇ ਮਰਨ ਤੋਂ ਪਹਿਲਾਂ ਆਪਣਾ ਗੁਰਦਾ ਦਾਨ ਕਰਨ ਲਈ ਸਹਿਮਤੀ ਦਿੱਤੀ ਸੀ। BC ਟ੍ਰਾਂਸਪਲਾਂਟ ਉਹ ਏਜੰਸੀ ਹੈ ਜਿਹੜੀ BC ਵਿੱਚ ਗੁਰਦਿਆਂ ਦੇ ਸਾਰੇ ਟ੍ਰਾਂਸਪਲਾਂਟਸ ਦਾ ਪ੍ਰਬੰਧ ਕਰਦੀ ਹੈ ਅਤੇ ਟ੍ਰਾਂਸਪਲਾਂਟ ਕੀਤੇ ਜਾਣ ਤੋਂ ਪਹਿਲਾਂ ਇਹ ਪੱਕਾ ਕਰਦੀ ਹੈ ਕਿ ਦਾਨ ਕੀਤਾ ਹਰ ਗੁਰਦਾ ਸਿਹਤਮੰਦ ਹੈ। ਮ੍ਰਿਤਕ ਦਾਨੀ ਦੇ ਮੁਕਾਬਲੇ ਜਿਉਂਦੇ ਦਾਨੀ ਤੋਂ ਲਿਆ ਗੁਰਦਾ ਟ੍ਰਾਂਸਪਲਾਂਟ ਕਰਵਾਉਣ ਦੇ ਅਨੇਕਾਂ ਫਾਇਦੇ ਹਨ। ਜਿਉਂਦੇ ਦਾਨੀ ਤੋਂ ਲੈ ਕੇ ਟ੍ਰਾਂਸਪਲਾਂਟ ਕੀਤਾ ਗੁਰਦਾ ਜ਼ਿਆਦਾ ਦੇਰ ਤੱਕ ਚੱਲਦਾ ਹੈ। ਸਰੀਰ ਵੱਲੋਂ ਉਹ ਗੁਰਦਾ ਨਕਾਰੇ ਜਾਣ ਦੇ ਅਸਾਰ ਘੱਟ ਹੁੰਦੇ ਹਨ। ਸਮੁੱਚੇ ਤੌਰ ਤੇ ਸਿਹਤ ਬਿਹਤਰ ਰਹਿੰਦੀ ਹੈ। ਗੁਰਦੇ ਫੇਲ ਹੋਣ ਤੋਂ ਪਹਿਲਾਂ ਹੀ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਮ੍ਰਿਤਕ ਦਾਨੀ ਤੋਂ ਮਿਲਿਆ ਗੁਰਦਾ ਹਾਸਲ ਕਰਨ ਵਾਸਤੇ ਇੰਤਜ਼ਾਰ ਸੂਚੀ ਉੱਪਰ ਜਾਣ ਲਈ ਤੁਹਾਡਾ ਡਾਇਲਿਸਿਸ ਤੇ ਹੋਣਾ ਲਾਜ਼ਮੀ ਹੁੰਦਾ ਹੈ। ਜਿਉਂਦਾ ਦਾਨੀ ਅਤੇ ਤੁਹਾਡੀ ਮਦਦ ਲਈ ਉਪਲਬਧ ਵਸੀਲੇ ਲੱਭਣ ਲਈ ਆਪਣੀ ਗੁਰਦਾ ਦੇਖਭਾਲ ਟੀਮ ਨਾਲ ਗੱਲ ਕਰੋ। ਇਸ ਸਲਾਈਡ ਵਿੱਚ ਜਿਉਂਦੇ ਦਾਨੀ ਅਤੇ ਮ੍ਰਿਤਕ ਦਾਨੀ ਤੋਂ ਮਿਲਿਆ ਗੁਰਦਾ ਟ੍ਰਾਂਸਪਲਾਂਟ ਕਰਨ ਵਿੱਚ ਸ਼ਾਮਲ ਕਦਮਾਂ ਦੀ ਤੁਲਨਾ ਕੀਤੀ ਗਈ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਜਿਉਂਦੇ ਦਾਨੀ ਨਾਲ ਸਾਰੀ ਕਾਰਵਾਈ ਬਹੁਤ ਸੌਖੀ ਅਤੇ ਤੇਜ਼ ਹੈ। ਜਿਉਂਦੇ ਦਾਨੀ ਸੰਬੰਧੀ ਪ੍ਰਕਿਰਿਆ ਵਿੱਚ ਹੇਠ ਲਿਖੇ ਕਦਮ ਸ਼ਾਮਲ ਹਨ। ਗੁਰਦੇ ਫੇਲ ਹੋਣ ਦੀ ਪਛਾਣ ਕਰਨੀ, ਗੁਰਦੇ ਦਾ ਨਿਰੰਤਰ ਵੱਧ ਰਿਹਾ ਰੋਗ, ਦਾਨੀ ਅਤੇ ਗੁਰਦਾ ਹਾਸਲ ਕਰਨ ਵਾਲੇ ਵਿਅਕਤੀ ਦੀ ਸਿਹਤ ਦਾ ਜਾਇਜ਼ਾ ਲੈਣਾ, ਟ੍ਰਾਂਸਪਲਾਂਟ ਸਰਜਰੀ ਅਤੇ ਫਾਲੋ-ਅਪ ਦੇਖਭਾਲ। ਮ੍ਰਿਤਕ ਦਾਨੀ ਸੰਬੰਧੀ ਪ੍ਰਕਿਰਿਆ ਵਿੱਚ ਹੇਠ ਲਿਖੇ ਕਦਮ ਸ਼ਾਮਲ ਹਨ। ਗੁਰਦੇ ਫੇਲ ਹੋਣ ਦੀ ਪਛਾਣ ਕਰਨੀ, ਗੁਰਦੇ ਦਾ ਨਿਰੰਤਰ ਵੱਧ ਰਿਹਾ ਰੋਗ, ਨਾੜ ਰਾਹੀਂ ਪਹੁੰਚ ਤਿਆਰ ਕੀਤੀ ਜਾਂਦੀ ਹੈ, ਡਾਇਲਿਸਿਸ ਸ਼ੁਰੂ ਕੀਤਾ ਜਾਂਦਾ ਹੈ, ਇੰਤਜ਼ਾਰ ਸਮੇਂ ਦਾ ਅੰਦਾਜ਼ਾ, ਟ੍ਰਾਂਸਪਲਾਂਟ ਸਰਜਰੀ, ਫਾਲੋ-ਅਪ ਦੇਖਭਾਲ। ਗੁਰਦੇ ਦੇ ਟ੍ਰਾਂਸਪਲਾਂਟ ਲਈ ਗੁੰਝਲਦਾਰ ਸਰਜਰੀ ਦੀ ਲੋੜ ਪੈਂਦੀ ਹੈ ਅਤੇ ਸਰਜਰੀ ਤੋਂ ਬਾਅਦ ਵੀ ਤੁਹਾਨੂੰ ਆਪਣੀ ਸਾਰੀ ਜ਼ਿੰਦਗੀ ਐਂਟੀ ਰਿਜੈਕਸ਼ਨ ਦਵਾਈਆਂ ਯਾਨੀ ਕਿ ਤੁਹਾਡੇ ਸਰੀਰ ਵੱਲੋਂ ਨਵਾਂ ਗੁਰਦਾ ਨਕਾਰੇ ਜਾਣ ਤੋਂ ਬਚਾਅ ਕਰਨ ਵਾਲੀਆਂ ਦਵਾਈਆਂ ਲੈਣ ਦੀ ਲੋੜ ਪੈਂਦੀ ਹੈ। ਤੁਹਾਡਾ ਗੁਰਦਾ ਟ੍ਰਾਂਸਪਲਾਂਟ ਕੀਤੇ ਜਾਣ ਤੋਂ ਪਹਿਲਾਂ ਤੁਹਾਡੀ ਟੀਮ ਵੱਲੋਂ ਇਹ ਪੱਕਾ ਕੀਤਾ ਜਾਵੇਗਾ ਕਿ ਕੀ ਟ੍ਰਾਂਸਪਲਾਂਟ ਤੁਹਾਡੇ ਲਈ ਮੁਨਾਸਬ ਚੋਣ ਹੈ। ਟ੍ਰਾਂਸਪਲਾਂਟ ਲਈ ਤੁਹਾਡਾ ਮੁਲਾਂਕਣ ਕਰਨ ਸਮੇਂ ਤੁਹਾਡੀ ਗੁਰਦਾ ਦੇਖਭਾਲ ਟੀਮ ਇਹਨਾਂ ਚੀਜ਼ਾਂ ਬਾਰੇ ਵਿਚਾਰ ਕਰੇਗੀ। ਟ੍ਰਾਂਸਪਲਾਂਟ ਸਰਜਰੀ ਅਤੇ ਫਾਲੋ-ਅਪ ਦੇਖਭਾਲ ਦਾ ਤੁਹਾਡੇ ਉੱਪਰ ਅਸਰ, ਤੁਹਾਡੇ ਟ੍ਰਾਂਸਪਲਾਂਟ ਦੀ ਕਾਮਯਾਬੀ ਵਿੱਚ ਰੁਕਾਵਟ ਬਣ ਸਕਣ ਵਾਲੀਆਂ ਕੋਈ ਵੀ ਮੈਡੀਕਲ ਸਮੱਸਿਆਵਾਂ ਅਤੇ ਟ੍ਰਾਂਸਪਲਾਂਟ ਤੋਂ ਬਾਅਦ ਸਿਹਤਮੰਦ ਰਹਿਣ ਵਾਸਤੇ ਤੁਹਾਡੇ ਕੋਲ ਮੌਜੂਦ ਸਹਾਰੇ। ਗੁਰਦੇ ਦੇ ਟ੍ਰਾਂਸਪਲਾਂਟ ਤੋਂ ਬਾਅਦ ਪੈਦਾ ਹੋਣ ਵਾਲੀਆਂ ਕੁਝ ਮੁਸ਼ਕਿਲਾਂ ਬਾਰੇ ਆਪਣੇ ਸੋਸ਼ਲ ਵਰਕਰ ਨਾਲ ਗੱਲ ਕਰਨਾ ਵੀ ਕਈ ਮਰੀਜ਼ਾਂ ਲਈ ਮਦਦਗਾਰ ਹੋ ਸਕਦਾ ਹੈ। ਜੇ ਤੁਸੀਂ ਟ੍ਰਾਂਸਪਲਾਂਟ ਦੇ ਯੋਗ ਹੋਏ ਤਾਂ ਤੁਹਾਨੂੰ ਵੈਂਕੂਵਰ ਵਿੱਚ ਟ੍ਰਾਂਸਪਲਾਂਟ ਟੀਮ ਕੋਲ ਭੇਜਿਆ ਜਾਵੇਗਾ। ਤੁਹਾਡੀ ਸਥਾਨਕ ਗੁਰਦਾ ਦੇਖਭਾਲ ਟੀਮ ਨਾਲ ਰਲ ਕੇ ਕੰਮ ਕਰਦਿਆਂ ਤੁਹਾਡੀ ਟ੍ਰਾਂਸਪਲਾਂਟ ਟੀਮ
ਇਹ ਪੱਕਾ ਕਰਨ ਲਈ ਹੋਰ ਟੈਸਟ ਕਰੇਗੀ ਕਿ ਕੀ ਟ੍ਰਾਂਸਪਲਾਂਟ ਤੁਹਾਡੇ ਲਈ ਸਹੀ ਚੋਣ ਹੈ। ਜੇ ਇਹਨਾਂ ਟੈਸਟਾਂ ਤੋਂ ਇਹ ਪੱਕਾ ਹੁੰਦਾ ਹੈ ਕਿ ਟ੍ਰਾਂਸਪਲਾਂਟ ਕੀਤਾ ਜਾਣਾ ਤੁਹਾਡੇ ਲਈ ਮੁਨਾਸਿਬ ਹੈ, ਤਾਂ ਅਗਲਾ ਸਵਾਲ ਹੈ ਕਿ ਟ੍ਰਾਂਸਪਲਾਂਟ ਲਈ ਗੁਰਦਾ ਕਿੱਥੋਂ ਆਵੇਗਾ, ਜਿਉਂਦੇ ਦਾਨੀ ਤੋਂ ਜਾਂ ਮ੍ਰਿਤਕ ਦਾਨੀ ਤੋਂ। ਜੇ ਤੁਹਾਡੇ ਕੋਲ ਜਿਉਂਦਾ ਦਾਨੀ ਹੈ ਤਾਂ ਤੁਹਾਡੀ ਟ੍ਰਾਂਸਪਲਾਂਟ ਸਰਜਰੀ ਉਦੋਂ ਕੀਤੀ ਜਾਵੇਗੀ ਜਦੋਂ ਤੁਹਾਡੇ ਗੁਰਦੇ ਫੇਲ ਹੋਣੇ ਸ਼ੁਰੂ ਹੋ ਜਾਣਗੇ। ਜੇ ਤੁਹਾਡੇ ਕੋਲ ਜਿਉਂਦਾ ਦਾਨੀ ਨਹੀਂ ਹੈ ਤਾਂ ਤੁਹਾਡਾ ਨਾਂ ਮ੍ਰਿਤਕ ਦਾਨੀਆਂ ਵਾਲੀ ਇੰਤਜ਼ਾਰ ਸੂਚੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਕਈ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਨਵਾਂ ਗੁਰਦਾ ਦਿੱਤਾ ਜਾਂਦਾ ਹੈ, ਉਦੋਂ ਉਹਨਾਂ ਦੇ ਆਪਣੇ ਗੁਰਦੇ ਉਹਨਾਂ ਦੇ ਸਰੀਰ ਅੰਦਰ ਹੀ ਰਹਿਣ ਦਿੱਤੇ ਜਾਂਦੇ ਹਨ। ਗੁਰਦਾ ਟ੍ਰਾਂਸਪਲਾਂਟ ਕਰਨ ਲਈ ਸਰਜਰੀ ਵਿੱਚ 5 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ ਅਤੇ ਸਰਜਰੀ ਤੋਂ ਬਾਅਦ ਸੰਭਲਣ ਲਈ ਤੁਹਾਨੂੰ ਹਸਪਤਾਲ ਵਿੱਚ ਲਗਭਗ 1 ਹਫ਼ਤਾ ਰਹਿਣਾ ਪਵੇਗਾ। ਆਪਣੀ ਸਰਜਰੀ ਤੋਂ ਬਾਅਦ ਪਹਿਲੇ ਮਹੀਨੇ ਦੌਰਾਨ ਤੁਹਾਨੂੰ ਟ੍ਰਾਂਸਪਲਾਂਟ ਸੈਂਟਰ ਵਿਖੇ ਬਕਾਇਦਾ ਆਉਣਾ ਪਵੇਗਾ ਅਤੇ ਸਮਾਂ ਬੀਤਣ ਦੇ ਨਾਲ ਤੁਹਾਨੂੰ ਇੱਥੇ ਘੱਟ ਜਾਣਾ ਪਵੇਗਾ। ਜਿਹੜੇ ਮਰੀਜ਼ ਵੈਂਕੂਵਰ ਤੋਂ ਬਾਹਰ ਰਹਿੰਦੇ ਹਨ, ਉਹਨਾਂ ਨੂੰ ਆਪਰੇਸ਼ਨ ਤੋਂ ਬਾਅਦ 3 ਮਹੀਨੇ ਤੱਕ ਵੈਂਕੂਵਰ ਵਿੱਚ ਠਹਿਰਨ ਲਈ ਰਿਹਾਇਸ਼ ਲੱਭਣੀ ਪਵੇਗੀ। ਜਦੋਂ ਤੁਸੀਂ ਘਰ ਜਾਣ ਲਈ ਤਿਆਰ ਹੋਵੋਗੇ ਤਾਂ ਟ੍ਰਾਂਸਪਲਾਂਟ ਟੀਮ ਤੁਹਾਡੇ ਘਰ ਦੇ ਨਜ਼ਦੀਕ ਤੁਹਾਡੀ ਫਾਲੋ-ਅਪ ਦੇਖਭਾਲ ਦਾ ਇੰਤਜ਼ਾਮ ਕਰੇਗੀ। ਆਪਣੇ ਗੁਰਦੇ ਦੇ ਟ੍ਰਾਂਸਪਲਾਂਟ ਲਈ ਤੁਹਾਡੇ ਕੋਲ ਜਿਉਂਦਾ ਦਾਨੀ ਹੋਣਾ ਫਾਇਦੇਮੰਦ ਹੈ, ਪਰ ਜਿਉਂਦਾ ਦਾਨੀ ਲੱਭਣਾ ਔਖਾ ਲੱਗ ਸਕਦਾ ਹੈ ਅਤੇ ਤੁਹਾਡੇ ਮਨ ਵਿੱਚ ਕਈ ਉਲਟ ਅਹਿਸਾਸ ਆ ਸਕਦੇ ਹਨ। ਕੁਝ ਲੋਕਾਂ ਨੂੰ ਸੰਭਾਵੀ ਦਾਨੀ ਦੀ ਪਛਾਣ ਕਰਨ ਵਿੱਚ ਉਲਝਣ ਹੋ ਸਕਦੀ ਹੈ ਜਾਂ ਉਹ ਦੂਜਿਆਂ ਨੂੰ ਪੁੱਛਣ ਤੋਂ ਝਿਜਕ ਸਕਦੇ ਹਨ। ਕਈਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਲਈ ਅੱਗੇ ਕਿਵੇਂ ਵਧਿਆ ਜਾਵੇ। ਕਈਆਂ ਨੂੰ ਨਾਮੋਸ਼ੀ ਹੁੰਦੀ ਹੈ ਕਿ ਕਿਸੇ ਨੇ ਵੀ ਉਹਨਾਂ ਵਾਸਤੇ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਨਹੀਂ ਕੀਤੀ। ਕਈ ਜਣੇ ਗੁਰਦਾ ਦਾਨ ਕਰਨ ਵਾਲੇ ਵਿਅਕਤੀ ਉੱਪਰ ਪੈਣ ਵਾਲਾ ਪ੍ਰਭਾਵ ਅਤੇ ਉਸ ਵਿਅਕਤੀ ਦੀ ਸਿਹਤ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੁੰਦੇ ਹਨ। ਕਈ ਜਣੇ ਗੁਰਦਾ ਦਾਨ ਕਰਨ ਵਾਲੇ ਵਿਅਕਤੀ ਦੇ ਅਹਿਸਾਨ ਹੇਠ ਦੱਬੇ ਜਾਣ ਜਾਂ ਦਾਨੀ ਨਾਲ ਆਪਣੇ ਸੰਬੰਧ ਨੂੰ ਲੈ ਕੇ ਫਿਕਰਮੰਦ ਹੁੰਦੇ ਹਨ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਇਕੱਲੇ ਨਹੀਂ ਹੋ। ਤੁਹਾਡੀ ਗੁਰਦਾ ਦੇਖਭਾਲ ਟੀਮ ਜਿਉਂਦਾ ਦਾਨੀ ਲੱਭਣ ਅਤੇ ਗੁਰਦਾ ਟ੍ਰਾਂਸਪਲਾਂਟ ਕੀਤੇ ਜਾਣ ਦੇ ਤੁਹਾਡੇ ਤਜਰਬੇ ਨੂੰ ਕਾਮਯਾਬ ਬਣਾਉਣ ਵਾਸਤੇ ਜਾਣਕਾਰੀ ਅਤੇ ਵਸੀਲੇ ਪ੍ਰਦਾਨ ਕਰਕੇ ਤੁਹਾਨੂੰ ਸਹਾਰਾ ਦੇਣ ਵਾਸਤੇ ਮੌਜੂਦ ਹੈ। ਜਿਉਂਦਾ ਦਾਨੀ ਲੱਭਣ ਦਾ ਕਾਰਜ ਪਹਿਲਾਂ ਆਪਣੇ ਕਰੀਬੀ ਵਿਅਕਤੀਆਂ ਬਾਰੇ ਸੋਚਣ ਤੋਂ ਸ਼ੁਰੂ ਹੁੰਦਾ ਹੈ। ਤੁਹਾਡਾ ਪਰਿਵਾਰ, ਤੁਹਾਡੇ ਦੋਸਤ ਅਤੇ ਗੁਆਂਢੀ। ਦਾਨੀਆਂ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਹੋਣਾ ਲਾਜ਼ਮੀ ਨਹੀਂ ਹੈ। ਇੱਥੋਂ ਤੱਕ ਕਿ ਉਹਨਾਂ ਦੀ ਅਤੇ ਤੁਹਾਡੇ ਖੂਨ ਦੀ ਇੱਕੋ ਕਿਸਮ ਹੋਣੀ ਵੀ ਜ਼ਰੂਰੀ ਨਹੀਂ ਹੈ ਅਤੇ ਤੁਹਾਡੇ ਲਈ BC ਵਿੱਚ ਹੀ ਕਿਸੇ ਨੂੰ ਲੱਭਣਾ ਜ਼ਰੂਰੀ ਨਹੀਂ ਹੈ। ਤੁਹਾਡਾ ਦਾਨੀ ਕੈਨੇਡਾ ਵਿੱਚ ਕਿਤੇ ਵੀ ਰਹਿੰਦਾ ਹੋ ਸਕਦਾ ਹੈ। ਜਿਉਂਦਾ ਦਾਨੀ ਲੱਭਣ ਲਈ ਗੱਲਬਾਤ ਦਾ ਹਰ ਜ਼ਰੀਆ ਇਸਤੇਮਾਲ ਕਰਨਾ ਸਹਾਇਕ ਹੁੰਦਾ ਹੈ, ਜਿਸ ਵਿੱਚ ਸ਼ਾਮਲ ਹੈ ਲੋਕਾਂ ਨਾਲ ਗੱਲਬਾਤ ਕਰਨੀ, ਚਿੱਠੀਆਂ ਜਾਂ ਈਮੇਲਾਂ ਲਿਖਣੀਆਂ, ਸੋਸ਼ਲ ਮੀਡੀਆ ਦੀ ਵਰਤੋਂ ਕਰਨੀ, ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਦੋਸਤਾਂ ਦੀ ਜ਼ਿੰਮੇਵਾਰੀ ਲਗਾਉਣੀ। ਜਿਉਂਦਾ ਦਾਨੀ ਬਣਨ ਦਾ ਵਿਚਾਰ ਕਰਨ ਵਾਲੇ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ। ਗੁਰਦਾ ਦਾਨ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਉਹ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਜਿਹੜੀ ਉਹ ਚਾਹੁੰਦੇ ਹਨ। ਉਹਨਾਂ ਦੀ ਧਿਆਨਪੂਰਵਕ ਜਾਂਚ ਕੀਤੀ ਜਾਵੇਗੀ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਉਹ ਗੁਰਦਾ ਦਾਨ ਕਰਨ ਲਈ ਮੈਡੀਕਲ ਪੱਖੋਂ ਠੀਕ-ਠਾਕ ਹਨ। ਉਹ ਸਿਰਫ ਇੱਕ ਗੁਰਦੇ ਨਾਲ ਹੀ ਆਮ ਅਤੇ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਦੇ ਹਨ। ਇਹ ਸਮਝਣਾ ਮਹੱਤਵਪੂਰਨ ਹੈ ਕਿ ਗੁਰਦਾ ਦਾਨ ਕਰਨ ਵਾਲੀ ਕਾਰਵਾਈ ਦੀ ਸ਼ੁਰੂਆਤ ਜਿਉਂਦੇ ਦਾਨੀ ਵੱਲੋਂ ਹੋਣੀ ਚਾਹੀਦੀ ਹੈ। ਵੈਂਕੂਵਰ ਜਨਰਲ ਹਸਪਤਾਲ ਜਾਂ ਸੇਂਟ ਪੌਲਸ ਹਸਪਤਾਲ ਵਿਖੇ ਲਿਵਿੰਗ ਡੋਨਰ ਟੀਮ ਨਾਲ ਦਾਨੀ ਦਾ ਸੰਪਰਕ ਕਰਵਾ ਕੇ ਇਸ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿ ਜਾਂਚ ਦੀ ਪ੍ਰਕਿਰਿਆ ਵਾਸਤੇ ਉਹਨਾਂ ਦਾ ਨਾਮ ਰਜਿਸਟਰ ਕੀਤਾ ਜਾ ਸਕੇ। ਜੇ ਤੁਹਾਡੇ ਦਾਨੀ ਦਾ ਗੁਰਦਾ ਤੁਹਾਡੇ ਨਾਲ ਮੇਲ ਨਹੀਂ ਖਾਂਦਾ, ਉਹ ਫਿਰ ਵੀ ਨੈਸ਼ਨਲ ਪ੍ਰੋਗਰਾਮ ਰਾਹੀਂ ਆਪਣਾ ਗੁਰਦਾ ਦਾਨ ਕਰ ਸਕਦੇ ਹਨ ਅਤੇ ਉਹਨਾਂ ਦਾ ਗੁਰਦਾ ਮੇਲ ਖਾਂਦੇ ਕਿਸੇ ਹੋਰ ਵਿਅਕਤੀ ਨੂੰ ਦਾਨ ਕੀਤਾ ਜਾਵੇਗਾ। ਦਾਨੀ ਦੇ ਸਰੀਰ ਵਿੱਚੋਂ ਗੁਰਦਾ ਕੱਢਣ ਵਾਲੀ ਸਰਜਰੀ ਅਤੇ ਮਰੀਜ਼ ਦੇ ਸਰੀਰ ਵਿੱਚ ਗੁਰਦਾ ਪਾਉਣ ਵਾਲੀ ਸਰਜਰੀ ਇੱਕੋ ਦਿਨ ਕੀਤੀ ਜਾਂਦੀ ਹੈ। ਇਹਨਾਂ ਸਰਜਰੀਆਂ ਦਾ ਵੈਂਕੂਵਰ ਵਿੱਚ ਅਗਾਊਂ ਇੰਤਜ਼ਾਮ ਕੀਤਾ ਜਾਂਦਾ ਹੈ। ਆਪਰੇਸ਼ਨ ਤੋਂ ਬਾਅਦ ਗੁਰਦਾ ਦਾਨ ਕਰਨ ਵਾਲਾ ਵਿਅਕਤੀ 4 ਰਾਤਾਂ ਤੱਕ ਹਸਪਤਾਲ ਵਿੱਚ ਗੁਜ਼ਾਰੇਗਾ। ਬਹੁਤੇ ਦਾਨੀ ਸਰਜਰੀ ਤੋਂ ਬਾਅਦ 2 ਹਫ਼ਤੇ ਦੇ ਅੰਦਰ-ਅੰਦਰ ਮਾਮੂਲੀ ਗਤੀਵਿਧੀਆਂ ਸ਼ੁਰੂ ਕਰ ਸਕਦੇ ਹਨ ਅਤੇ ਮਹੀਨੇ ਕੁ ਬਾਅਦ ਹਲਕਾ ਕੰਮਕਾਜ ਸ਼ੁਰੂ ਕਰ ਸਕਦੇ ਹਨ। ਪੂਰੀ ਤਰ੍ਹਾਂ ਕੰਮਕਾਜ ਕਰਨ ਦੇ ਯੋਗ ਹੋਣ ਲਈ ਉਹਨਾਂ ਨੂੰ 6 ਤੋਂ 12 ਹਫ਼ਤੇ ਇੰਤਜ਼ਾਰ ਕਰਨਾ ਪੈਂਦਾ ਹੈ। ਟ੍ਰਾਂਸਪਲਾਂਟ ਦੀ ਲੋੜ ਪੈਣ ਤੋਂ ਕਾਫੀ ਪਹਿਲਾਂ ਆਪਣਾ ਜਿਉਂਦਾ ਦਾਨੀ ਲੱਭਣਾ ਸਭ ਤੋਂ ਵਧੀਆ ਰਹਿੰਦਾ ਹੈ ਕਿਉਂਕਿ ਇਸ ਨਾਲ ਤਿਆਰੀ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਵਿਵਸਥਿਤ ਕਰਨ ਵਾਸਤੇ ਸਮਾਂ ਮਿਲ ਜਾਂਦਾ ਹੈ। ਟ੍ਰਾਂਸਪਲਾਂਟ ਦੇ ਸਮੇਂ ਤੁਹਾਨੂੰ ਆਪਣੇ ਰੋਜ਼ਾਨਾ ਕਾਰਜਾਂ ਲਈ ਮਦਦ ਦੀ ਲੋੜ ਪਵੇਗੀ। ਸਹਾਰੇ ਵਾਸਤੇ ਮਦਦ ਲਈ ਕੁਝ ਦਾਨੀਆਂ ਕੋਲ ਨਿੱਜੀ ਸਿਹਤ ਬੈਨੀਫਿਟ ਅਤੇ ਰੋਜ਼ਗਾਰ ਇੰਸ਼ੋਰੈਂਸ ਉਪਲਬਧ ਹੋ ਸਕਦੀ ਹੈ।
ਜ਼ਿਆਦਾਤਰ ਕੰਮ ਮਾਲਕ ਗੁਰਦਾ ਦਾਨ ਕਰਨ ਵਾਸਤੇ ਕੰਮ ਤੋਂ ਛੁੱਟੀ ਲੈਣ ਨੂੰ ਵਾਜਬ ਕਾਰਨ ਮੰਨਦੇ ਹਨ। ਦਾਨੀਆਂ ਨੂੰ ਸਹਾਰਾ ਦੇਣ ਵਿੱਚ ਮਦਦ ਕਰਨ ਵਾਲੇ ਹੋਰ ਪ੍ਰੋਗਰਾਮ ਵੀ ਉਪਲਬਧ ਹਨ, ਜਿਵੇਂ ਕਿ ਲਿਵਿੰਗ ਡੋਨਰ ਐਕਸਪੈਂਸ ਰੀਇੰਬਰਸਮੈਂਟ ਪ੍ਰੋਗਰਾਮ, ਯਾਨੀ ਕਿ ਜਿਉਂਦੇ ਜੀ ਗੁਰਦਾ ਦਾਨ ਕਰਨ ਵਾਲੇ ਵਿਅਕਤੀਆਂ ਦੇ ਖਰਚਿਆਂ ਦੀ ਭਰਪਾਈ ਕਰਨ ਵਾਲਾ ਪ੍ਰੋਗਰਾਮ, ਜੋ ਕਿ ਖਰਚਿਆਂ ਵਿੱਚ ਮਦਦ ਲਈ ਹੈ। ਲਿਵਿੰਗ ਡੋਨਰ ਮੈਂਟਰ ਪ੍ਰੋਗਰਾਮ, ਯਾਨੀ ਕਿ ਜਿਉਂਦੇ ਜੀ ਗੁਰਦਾ ਦਾਨ ਕਰਨ ਵਾਲਿਆਂ ਨੂੰ ਸਲਾਹ ਦੇਣ ਵਾਲਾ ਪ੍ਰੋਗਰਾਮ, ਜੋ ਕਿ ਬੀਤੇ ਸਮੇਂ ਵਿੱਚ ਗੁਰਦਾ ਦਾਨ ਕਰ ਚੁੱਕੇ ਲੋਕਾਂ ਤੋਂ ਸਹਾਰਾ ਮੁਹੱਈਆ ਕਰਵਾਉਂਦਾ ਹੈ। ਜਿਉਂਦਾ ਗੁਰਦਾ ਦਾਨੀ ਲੱਭਣ ਵਿੱਚ ਆਪਣੀ ਕਾਮਯਾਬੀ ਦੇ ਅਸਾਰ ਵਧਾਉਣ ਵਿੱਚ ਸਹਾਇਤਾ ਹੋ ਸਕਦੀ ਹੈ ਜੇ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਬਕਾਇਦਾ ਸੰਪਰਕ ਵਿੱਚ ਰਹੋ ਅਤੇ ਉਹਨਾਂ ਨੂੰ ਆਪਣੀ ਹਾਲਤ ਬਾਰੇ ਦੱਸਦੇ ਰਹੋ। ਜਾਣਕਾਰੀ ਲਈ ਦਾਨੀਆਂ ਨੂੰ ਟ੍ਰਾਂਸਪਲਾਂਟ ਸੈਂਟਰ ਵਿਖੇ ਆਉਣ ਦਾ ਸੱਦਾ ਦਿਓ। ਇੱਕ ਤੋਂ ਜ਼ਿਆਦਾ ਜਿਉਂਦੇ ਦਾਨੀ ਲੱਭੋ। ਇਹ ਸਮਝੋ ਕਿ ਦਾਨੀ ਲੱਭਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਗੁਰਦਾ ਟ੍ਰਾਂਸਪਲਾਂਟ ਕਰਵਾਉਣ ਵਾਲੇ ਮਰੀਜ਼ਾਂ ਅਤੇ ਦਾਨੀਆਂ ਦੋਵਾਂ ਲਈ ਹੇਠ ਲਿਖੇ ਸਰੋਤਾਂ ਤੋਂ ਅਨੇਕਾਂ ਹੋਰ ਵਸੀਲੇ ਮੌਜੂਦ ਹਨ: BC ਟ੍ਰਾਂਸਪਲਾਂਟ, BC ਰੀਨਲ ਅਤੇ BC ਕਿਡਨੀ ਫਾਊਂਡੇਸ਼ਨ। ਤੁਸੀਂ ਵੈਂਕੂਵਰ ਜਨਰਲ ਹਸਪਤਾਲ ਅਤੇ ਸੇਂਟ ਪਾਲਸ ਹਸਪਤਾਲ ਵਿਖੇ ਗੁਰਦਾ ਟ੍ਰਾਂਸਪਲਾਂਟ ਟੀਮਾਂ ਨਾਲ ਵੀ ਸੰਪਰਕ ਕਰ ਸਕਦੇ ਹੋ।